ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਜੋ ਜੋ ਗੁਰੂ ਨੂੰ ਮੰਨਦੇ ਹਨ ਗੁਰੂ ਦਾ ਰੂਪ ਹੋ ਜਾਂਦੇ ਹਨ। ਕਿੰਨਾ ਮਾਣ ਸਤਿਕਾਰ ਬਖਸ਼ਿਸ਼ ਕੀਤਾ ਹੈ ਸਤਿਗੁਰਾਂ ਨੇ। ਜਿਹੜਾ ਵੀ ਗੁਰੂ ਨਾਲ ਜੁੜਿਆ ਹੁੰਦਾ ਹੈ ਗੁਰੂ ਰੂਪ ਹੋ ਜਾਂਦਾ ਹੈ, ਕਿਉਂਕਿ ਸਤਿਗੁਰਾਂ ਦੇ ਕਹੇ ਅਨੁਸਾਰ ਜੀਵਨ ਬਤੀਤ ਕਰਦਾ ਹੈ। ਜ਼ਿੰਦਗੀ ਦੇ ਦਿਨ ਜਿੰਨੇ ਵੀ ਲੰਘ ਰਹੇ ਹਨ, ਕਿਉਂਕਿ ਦਿਨ ਲੰਘ ਰਹੇ ਹਨ, ਰਾਤ ਆ ਜਾਂਦੀ ਹੈ, ਫਿਰ ਦਿਨ ਚੜ੍ਹ ਪੈਂਦਾ ਹੈ, ਫਿਰ ਰਾਤ ਆ ਜਾਂਦੀ ਹੈ, ਫਿਰ ਦਿਨ ਚੜ੍ਹ ਪੈਂਦਾ ਹੈ, ਰਾਤ ਆ ਜਾਂਦੀ ਹੈ, ਦਿਨ ਚੜ੍ਹ ਪੈਂਦਾ ਹੈ। ਇੱਦਾਂ ਹੀ ਜਿਵੇਂ ਤਰੀਕਾਂ ਲੰਘ ਰਹੀਆਂ ਹਨ, ਇਸੇ ਤਰ੍ਹਾਂ ਜ਼ਿੰਦਗੀ ਦੇ ਦਿਨ ਜਿਹੜੇ ਹਨ ਲੰਘ ਰਹੇ ਹਨ। ਜਿਹੜਾ ਵੀ ਦਿਨ ਲੰਘ ਰਿਹਾ ਹੈ ਜ਼ਿੰਦਗੀ ਨੂੰ ਹੱਥ ਪਾ ਰਿਹਾ ਹੈ। ਜੋ ਜੋ ਵੰਝੈ ਡੀਹੜਾ, ਡੀਹੜਾ ਦਾ ਭਾਵ ਦਿਨ ਜਿਹੜਾ ਵੀ ਲੰਘ ਰਿਹਾ ਹੈ। ਜੋ ਜੋ ਵੰਝੈ ਡੀਹੜਾ ਸੋ ਉਮਰ ਹੱਥ ਪਵਨ। ਜਿਹੜਾ ਵੀ ਦਿਨ ਲੰਘਦਾ ਹੈ ਪਿਆਰਿਓ, ਉਹ ਉਮਰ ਨੂੰ ਹੱਥ ਪਾ ਰਿਹਾ ਹੈ। ਕੱਲ੍ਹ ਆਪ ਜੀ ਸਰਵਣ ਕਰ ਰਹੇ ਸੀ, ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ। ਕਿਉਂਕਿ ਗੁਰਬਾਣੀ ਵਿੱਚ ਸਾਰਾ ਕੁਝ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੱਸ ਦਿੱਤਾ ਹੈ। ਅਸੀਂ ਪੜ੍ਹਦੇ ਜਾ ਰਹੇ ਹਾਂ, ਪੜ੍ਹਨ ਵਿੱਚ ਹੀ ਜ਼ੋਰ ਲਾਇਆ ਹੋਇਆ ਹੈ, ਲੇਕਿਨ ਗੁਰਬਾਣੀ ਕੀ ਫਰਮਾਉਂਦੀ ਹੈ, ਕੀ ਦੱਸਦੀ ਹੈ, ਜ਼ਿੰਦਗੀ ਕਿਵੇਂ ਜਿਉਣੀ ਹੈ, ਕਿਵੇਂ ਕਿਵੇਂ ਇਸ ਸੰਸਾਰ ਦੇ ਵਿੱਚ ਰਹਿਣਾ ਹੈ, ਉਹ ਸਭ ਕੁਝ ਸਾਨੂੰ ਭੁੱਲ ਗਿਆ ਹੈ। ਪੜ੍ਹੇ ਸੁਣੇ ਕਿਆ ਹੋਈ, ਜਾਂ ਸਹਿਜ ਨ ਮਿਲਿਓ ਸੋਈ। ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ। ਭਾਵੇਂ ਕਿੰਨੇ ਸਾਲ ਪੜ੍ਹਦੇ ਰਹੀਏ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਪੜ੍ਹਨਾ ਬਹੁਤ ਚੰਗਾ ਹੈ, ਪਰ ਪੜ੍ਹ ਕੇ ਜੇ ਸਤਿਗੁਰਾਂ ਦੇ ਹੁਕਮ ਨਾ ਮੰਨ ਤੇ ਵਸਾਏ, ਹੁਕਮ ਨਾ ਮੰਨੇ ਬਹੁਤ ਦੁੱਖ ਪਾਈ। ਕਿਉਂਕਿ ਪੜ੍ਹਨਾ ਤੇ ਹੈ ਕਿ ਇਸ ਮਨ ਨੂੰ ਦੁਨੀਆ ਦੇ ਵਿੱਚ ਰਹਿਣਾ ਆ ਜਾਵੇ, ਇਸ ਮਨ ਨੂੰ ਦੁਨੀਆ ਦੇ ਵਿੱਚ ਚੱਲਣਾ ਆ ਜਾਵੇ, ਸਾਫ ਸੁਥਰੀ ਜ਼ਿੰਦਗੀ ਬਤੀਤ ਕਰ ਸਕੇ। ਲੇਕਿਨ ਇਹ ਤੇ ਪਾਪਾਂ ਵਿੱਚ ਉਲਝ ਗਿਆ, ਭੁੱਲਾਂ ਵਿੱਚ ਉਲਝ ਗਿਆ। ਉਹ ਕਰਮ ਕਰ ਬਹਿੰਦਾ ਹੈ ਜਿਹਦੇ ਨਾਲ ਰਾਤ ਦਿਨੇ ਦੁੱਖਾਂ ਦੀ ਸੇਜ ਤੇ ਸੌਂਦਾ ਹੈ। ਨਾ ਦਿਨੇ ਚੈਨ ਹੈ, ਨਾ ਰਾਤੀ ਚੈਨ ਹੈ, ਕਿਉਂਕਿ ਨਾਮ ਤੋਂ ਬਿਨਾਂ ਚੈਨ ਮਿਲਦਾ ਵੀ ਨਹੀਂ। ਜੇ ਚੈਨ ਮਿਲਦਾ ਹੈ, ਸੁੱਖ ਮਿਲਦਾ ਹੈ, ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕੀਤਿਆਂ, ਨਾਮ ਜਪਿਆਂ, ਤੇ ਨਾਮ ਜਪ ਕੇ ਸਿੱਧਾ ਸਿੱਧਾ ਚੱਲਿਆਂ, ਚੰਗੇ ਚੰਗੇ ਕਰਮ ਕੀਤਿਆਂ। ਕਿਉਂਕਿ ਦੁਨੀਆ ਕਰਮ ਭੂਮੀ ਹੈ, ਜਿੱਦਾਂ ਦਾ ਇੱਥੇ ਕੋਈ ਬੀਜਦਾ ਹੈ ਉੱਦਾਂ ਦਾ ਫਲ ਵੱਢਣਾ ਪੈਂਦਾ ਹੈ, ਤੇ ਵੱਢਣਾ ਵੀ ਆਪ ਨੂੰ ਪੈਂਦਾ ਹੈ। ਆਪੇ ਬੀਜ ਆਪੇ ਹੀ ਖਾਓ। ਜੋ ਬੰਦਾ ਬੀਜਦਾ ਹੈ, ਚੰਗਾ ਬੀਜਦਾ ਹੈ ਤੇ ਚੰਗਾ ਫਲ ਅੱਗੇ ਆ ਜਾਂਦਾ ਹੈ। ਮਾੜੇ ਬੀਜ ਬੀਜਦਾ ਹੈ, ਬੁਰੇ ਕਰਮ ਕਰਦਾ ਹੈ, ਲੋਕਾਂ ਦੇ ਦਿਲ ਦੁਖਾਉਂਦਾ ਹੈ, ਦੁਖੀ ਕਰਦਾ ਹੈ ਦੁਨੀਆ ਨੂੰ। ਦੁੱਖਾਂ ਦੇ ਜੇ ਬੀਜ ਬੰਦਾ ਬੀਜਦਾ ਹੈ ਤਾਂ ਉਹ ਦੁੱਖ ਕਿਸੇ ਅੱਗੇ ਨਹੀਂ ਆਉਂਦੇ, ਜਿਹੜਾ ਬੀਜਦਾ ਹੈ ਉਹਦੇ ਅੱਗੇ ਹੀ ਆ ਜਾਂਦੇ ਹਨ। ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ। ਕੱਲ੍ਹ ਦੇ ਐਪੀਸੋਡ ਵਿੱਚ ਆਪ ਜੀ ਨੇ ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ, ਕੁਝ ਸ਼ਬਦ ਗੁਰਬਾਣੀ ਵਿੱਚੋਂ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਸਰਵਣ ਕਰ ਰਹੇ ਸੀ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਰਚਨਾ ਕੀਤੀ ਹੈ ਸੰਸਾਰ ਦੀ,
ਬਿਨ ਥੰਮਾ ਗਗਨ ਰਹਾਇਆ, ਕੋਈ ਥੰਮਾ ਨਹੀਂ ਦਿੱਤਾ, ਆਕਾਸ਼ ਖੜਾ ਕਰ ਦਿੱਤਾ ਅਕਾਲ ਪੁਰਖ ਵਾਹਿਗੁਰੂ ਜੀ ਨੇ। ਇਹ ਗੁਰਬਾਣੀ ਦੇ ਸ਼ਬਦ ਹਨ। ਕੋਈ ਵੀ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਜੀ ਨੇ, ਕਿਉਂਕਿ ਹੋਰ ਕੋਈ ਹੈ ਹੀ ਨਹੀਂ ਸੀ ਉਹਨਾਂ ਤੋਂ ਬਿਨਾਂ। ਸਾਰੀਆਂ ਸ਼ਕਤੀਆਂ ਸੁੰਨ ਵਿੱਚ ਸਮੋਈਆਂ ਹੋਈਆਂ ਸਨ। ਆ ਜੋ ਕੁਝ ਵੀ ਦੇਖ ਰਹੇ ਹਾਂ, ਦਿਸ ਰਿਹਾ ਹੈ, ਇਹ ਸਾਰਾ ਕੁਝ ਹੀ ਸੁੰਨ ਵਿੱਚ ਸੀ। ਜਾ ਤਿਸ ਭਾਣਾ ਤਾਂ ਜਗਤੋਂ ਪਾਇਆ, ਬਾਜ ਕਲਾ ਆਡਾਣ ਰਹਾਇਆ। ਬ੍ਰਹਮਾ ਵਿਸ਼ਨ ਮਹੇ ਸੋ ਪਾਏ, ਮਾਇਆ ਮੋਹ ਵਧਾਏਂਦਾ। ਖੰਡ ਬ੍ਰਹਮੰਡ ਪਾਤਾਲ ਅਰੰਭੇ। ਇੱਥੋਂ ਤੱਕ ਆਪ ਜੀ ਨੇ ਸਰਵਣ ਕੀਤਾ ਸੀ। ਅਕਾਲ ਪੁਰਖ ਵਾਹਿਗੁਰੂ ਜੀ ਨੇ ਖੰਡ, ਬ੍ਰਹਮੰਡ, ਪਾਤਾਲ, ਆ ਜਿੰਨੇ ਥੱਲੇ ਪਾਤਾਲ ਹਨ, ਆਰੰਭੇ, ਇਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਇਹਨਾਂ ਦੀ ਆਰੰਭਤਾ ਕੀਤੀ, ਆਪ ਹੀ ਇਹਨਾਂ ਨੂੰ ਬਣਾਇਆ। ਗੁਪਤ ਸਨ ਸੁੰਨ ਦੇ ਵਿੱਚ, ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ। ਗੁਪਤੋਂ ਪ੍ਰਗਟੀ ਆਇਂਦਾ। ਅੰਗ ਹੈ 1036, 1036। ਜਿੰਨੀ ਵੀ ਪਰਮ ਸਤਾ ਤਾਕਤ ਪਾਵਰ ਸੀ, ਸਾਰੀ ਸੁੰਨ ਵਿੱਚ ਸੀ। ਸੁੰਨ ਕਲਾ ਪਰੰਪਰ ਧਾਰੀ। ਅੱਗੋਂ ਮਨ ਜੋੜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ। ਇੱਕ ਦੁਨੀਆ ਬਣੀ ਹੈ, ਇੱਕ ਅਸੀਂ ਆਪਣੇ ਆਪ ਨੂੰ ਕਿਵੇਂ ਬਣਾ ਲਿਆ ਹੈ। ਵਾਹਿਗੁਰੂ ਜੀ ਨਾਲੋਂ ਦੂਰ ਹੋ ਕੇ ਆਪਣੇ ਆਪ ਨੂੰ ਕਿੱਧਰ ਕਿੱਧਰ ਜੋੜ ਲਿਆ ਹੈ। ਜਦੋਂ ਦੁਨੀਆ ਬਣੀ ਹੈ ਸੁੰਨ ਤੋਂ, ਕਿਉਂਕਿ ਸੁੰਨ ਵਿੱਚ ਹੀ ਆਪ ਅਕਾਲ ਪੁਰਖ ਵਾਹਿਗੁਰੂ ਜੀ ਸਨ। ਜਿਵੇਂ ਜ਼ੀਰੋ ਹੁੰਦੀ ਹੈ, ਉਹਨੂੰ ਕਹੀਦਾ ਹੈ ਸੁੰਨ ਹੈ, ਖਾਲੀ ਹੈ, ਪਰ ਪੂਰੀ ਦੁਨੀਆ ਦਾ ਮੈਥ ਜ਼ੀਰੋ ਵਿੱਚ ਹੀ ਭਰਿਆ ਪਿਆ ਹੈ। ਜਿੱਥੇ ਜਿੱਥੇ ਜ਼ੀਰੋ ਲੱਗਦੀ ਜਾਂਦੀ ਹੈ, ਮਿਲੀਅਨ ਬਿਲੀਅਨ ਗਿਣਤੀਆਂ ਦਾ ਅੰਤ ਨਹੀਂ ਕੋਈ। ਸਾਰੀ ਦੁਨੀਆ ਗਿਣਤੀ ਤੇ ਟਿਕੀ ਪਈ ਹੈ। ਜਿੱਥੇ ਵੀ ਜ਼ੀਰੋ ਲਾਉਂਦੇ ਹਨ, ਵਾਧਾ ਹੁੰਦਾ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੀਆਂ ਸ਼ਕਤੀਆਂ ਸਮੋਈਆਂ ਹੋਈਆਂ ਸਨ ਸੁੰਨ ਵਿੱਚ। ਉਦੋਂ ਕੋਈ ਦੁਨੀਆ ਨਹੀਂ ਸੀ, ਕੋਈ ਜੀਵ ਜੰਤ ਨਹੀਂ ਸਨ। ਧੰਨ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਹੁਕਮ ਹਨ। ਪਰਮ ਸਤਾ ਜਿਹੜੀ ਸੀ, ਤਾਕਤ ਜਿਹੜੀ ਸੀ, ਪਾਵਰ ਜਿਹੜੀ ਸੀ, ਉਹ ਸਾਰੀ ਸੁੰਨ ਵਿੱਚ ਸੀ। ਅਕਾਲ ਪੁਰਖ ਵਾਹਿਗੁਰੂ ਜੀ ਨਿਰਲਿਪਤ ਸਨ, ਨਿਰਲੇਪ ਸਨ। ਆ ਜੋ ਦੁਨੀਆ ਦਿਸ ਰਹੀ ਹੈ, ਅਦ੍ਰਿਸ਼ਟ ਸੀ, ਨਜ਼ਰ ਨਹੀਂ ਸੀ ਆਉਂਦੀ, ਹੈ ਹੀ ਨਹੀਂ ਸੀ। ਫਿਰ ਕੱਲ ਆਪ ਜੀ ਸਰਵਣ ਕਰ ਰਹੇ ਸੀ ਕਿ ਜਦੋਂ ਸਤਿਗੁਰੂ ਜੀ ਦਾ, ਅਕਾਲ ਪੁਰਖ ਜੀ ਦਾ, ਕਿਉਂਕਿ ਉਹ ਸਤਿਗੁਰੂ ਹਨ, ਸੱਚੇ ਗੁਰੂ ਹਨ, ਇੱਕ ਓੰਕਾਰ ਸਤਿਨਾਮ, ਉਹਨਾਂ ਦਾ ਨਾਮ ਵੀ ਸਤ ਹੈ। ਸਾਡੇ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ ਹੈ, ਇਸ ਜੀਭ ਦੇ ਨਾਲ, ਟੰਗ ਦੇ ਨਾਲ, ਰਸਨਾ ਦੇ ਨਾਲ ਉਹਨਾਂ ਦਾ ਹੀ ਨਾਮ ਜਪਣਾ ਹੈ। ਬੋਲੋ ਸਤਿਨਾਮ ਕਰਤਾਰ, ਸੱਚ ਨਾਮ ਕਰਤਾਰ। ਉਹ ਜੋ ਸੱਚ ਹਨ, ਸੱਚ ਤੋਂ ਹੀ ਬੰਦਾ ਵਿਛੜ ਗਿਆ ਹੈ। ਪਰਮ ਸਤਾ ਵਿੱਚ ਵਾਹਿਗੁਰੂ ਜੀ ਆਪ ਹੀ ਸਨ। ਸੁੰਨ ਵਿੱਚ ਆ ਜਿੰਨਾ ਸੰਸਾਰ ਦਿਸ ਰਿਹਾ ਹੈ, ਆਲ ਵਰਲਡ, ਚਾਰੇ ਖਾਣੀਆਂ, ਇਹ ਸਾਰੀਆਂ ਸੁੰਨ ਵਿੱਚ ਸਨ। ਆਪ ਵਾਹਿਗੁਰੂ ਜੀ ਨਿਰਲਿਪਤ ਸਨ। ਉਹ ਇਕੱਲੇ ਆਪ ਹੀ ਆਪ ਸਨ।
ਸਾਰੀਆਂ ਸ਼ਕਤੀਆਂ, ਸਾਰਾ ਪਸਾਰਾ, ਸਾਰਾ ਖਿਲਾਰਾ, ਸਾਰਾ ਹੀ ਸੁੰਨ ਵਿੱਚ ਸੀ। ਦੁਨੀਆ ਜਿਹੜੀ ਦਿਸ ਰਹੀ ਹੈ ਉਦੋਂ ਕੁਝ ਵੀ ਨਹੀਂ ਸੀ। ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ? ਕੇਤੇ ਜੋਗ ਵਰਤੇ ਗੁਬਾਰੈ, ਗੁਬਾਰ ਹੀ ਗੁਬਾਰ ਸੀ, ਅੰਧਕਾਰ ਸੀ। ਨਾ ਸੂਰਜ, ਨਾ ਚੰਦ ਚੰਦਰਮਾ, ਨਾ ਰਾਤ ਨਾ ਦਿਨ, ਗੁਬਾਰ ਹੀ ਗੁਬਾਰ ਸੀ। ਕੇਤੇ ਜੁਗ ਵਰਤੇ ਗੁਬਾਰੈ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ? ਅਸੀਂ ਪੜ੍ਹਦੇ ਹਾਂ, ਪੜ੍ਹਨ ਤੇ ਜ਼ੋਰ ਲਾਇਆ ਹੋਇਆ ਹੈ, ਪਰ ਵਿਚਾਰਦੇ ਨਹੀਂ। ਸਿੱਖਿਆ ਗੁਰ ਵਿਚਾਰ, ਗੁਰੂ ਦੀ ਗੁਰਬਾਣੀ ਦੀ ਵਿਚਾਰ ਜਿਹੜੀ ਹੈ ਉਹ ਸਿੱਖੀ ਹੈ, ਜਿਹਦੇ ਨਾਲ ਆ ਜਿਹੜਾ ਥੋੜਾ ਜਿਹਾ ਸਫ਼ਰ ਹੈ 4 ਦਿਨਾਂ ਦਾ, ਇਹ ਬੰਦਾ ਪੂਰਾ ਕਰਕੇ ਪੂਰਾ ਹੋ ਜਾਂਦਾ ਹੈ, ਚਲਾ ਜਾਂਦਾ ਹੈ ਦੁਨੀਆ ਤੋਂ। ਨਹੀਂ ਤੇ ਦੁਨੀਆ ਦੇ ਵਿੱਚ ਹੀ ਆਪਣੇ ਸਵਾਸ ਗਵਾ ਕੇ ਚਲਾ ਜਾਂਦਾ ਹੈ। ਗੁਰਬਾਣੀ ਨਾਲ ਜੋੜੋ, ਦੁਨੀਆ ਕਿਵੇਂ ਬਣੀ? ਕੇਤੇ ਜੁਗ ਕਿੰਨੇ ਯੁੱਗ ਵਰਤੇ ਗੁਬਾਰੇ, ਬੜੇ ਯੁੱਗ ਅੰਧਕਾਰ ਵਿੱਚ ਲੰਘ ਗਏ, ਹਨੇਰੇ ਵਿੱਚ। ਕੋਈ ਚਾਨਣਾ ਚੁਨਣਾ ਕੁਝ ਵੀ ਨਹੀਂ ਸੀ, ਕੋਈ ਦਿਨ ਕੋਈ ਰਾਤ ਕੁਝ ਵੀ ਨਹੀਂ ਸੀ, ਕੋਈ ਸੂਰਜ ਕੋਈ ਚੰਦਰਮਾ ਕੋਈ ਦਰਿਆ, ਆ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਦ੍ਰਿਸ਼ਟਮਾਨ ਹੈ, ਕੁਝ ਵੀ ਨਹੀਂ ਸੀ। ਤੇ ਗੁਰਬਾਣੀ ਅਨੁਸਾਰ ਵਾਹਿਗੁਰੂ ਜੀ ਕਿੱਥੇ ਸਨ? ਕੇਤੇ ਯੁਗ ਵਰਤੇ ਗੁਬਾਰੈ, ਅੰਗ ਹੈ 1026। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਕੇਤੇ ਯੁਗ ਵਰਤੇ ਗੁਬਾਰੈ, ਤਾੜੀ ਲਾਈ ਅਪਰ ਅਪਾਰੈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਤਾੜੀ ਲਾਈ ਹੋਈ ਸੀ, ਸਮਾਧੀ ਇਸ ਸਥਿਤ ਸਨ, ਸਮਾਧੀ ਵਿੱਚ ਸਨ, ਜਿੱਥੇ ਸੁੰਨ ਸੀ, ਜਿੱਥੇ ਹੋਰ ਕੁਝ ਵੀ ਨਹੀਂ ਸੀ, ਕੋਈ ਖਿਲਾਰਾ ਦੁਨੀਆ ਦਾ ਪਸਾਰਾ ਨਹੀਂ ਸੀ। ਧੁੰਦੂਕਾਰ ਸੀ ਆਲੇ ਦੁਆਲੇ, ਉਹਦੇ ਵਿੱਚ ਵੀ ਨਿਰਲੇਪ ਬੈਠੇ ਸਨ ਵਾਹਿਗੁਰੂ ਜੀ। ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ? ਕੇਤੇ ਯੁਗ ਵਰਤੇ ਗੁਬਾਰੈ, ਤਾੜੀ ਲਾਈ ਅਪਰ ਅਪਾਰੈ। ਅਪਰ ਅਪਾਰੈ ਅਕਾਲ ਪੁਰਖ ਵਾਹਿਗੁਰੂ ਜੀ। ਧੁੰਦੂਕਾਰ ਨਿਰਾਲਮ ਬੈਠਾ, ਧੁੰਦੂਕਾਰ ਸੀ ਆਲੇ ਦੁਆਲੇ, ਪਰ ਫਿਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਨਿਰਾਲਮ ਨਿਰਲੇਪ ਬੈਠੇ ਹਨ ਸੁੰਨ ਵਿੱਚ। ਦੁਨੀਆ ਦੀਆਂ ਸਾਰੀਆਂ ਤਾਕਤਾਂ ਵੀ ਸੁੰਨ ਵਿੱਚ ਹੀ, ਜਿੰਨੀ ਕੁਦਰਤ ਹੈ ਸਭ ਸੁੰਨ ਵਿੱਚ ਸੀ। ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ? ਆਪ ਵੀ ਪੜ੍ਹਿਆ ਕਰੋ, 1026 ਅੰਗ ਹੈ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਧੁੰਦੂਕਾਰ ਨਿਰਾਲਮ ਬੈਠਾ,
ਨਾ ਤਦ ਤੰਦ ਪਸਾਰਾ ਹੈ। ਉਦੋਂ ਨਾ ਕੋਈ ਧੰਦੇ ਸਨ, ਨਾ ਕੰਮ ਸਨ, ਨਾ ਆਪ ਆਸਾਰਾ ਸੀ। ਜਿਹੜਾ ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ, ਉਦੋਂ ਕੁਝ ਵੀ ਨਹੀਂ ਸੀ। ਇੱਕ ਓੰਕਾਰ ਜੀ ਇਹ ਆਪ ਹੀ ਪਸਰੇ ਹੋਏ ਹਨ, ਅਨੇਕ ਤਰੀਕਿਆਂ ਨਾਲ, ਨਾਨਾ ਤਰੀਕਿਆਂ ਨਾਲ, ਕਈ ਪ੍ਰਕਾਰਾਂ ਨਾਲ। ਕੋਈ ਕੁਝ ਦਿਸ ਰਿਹਾ ਹੈ, ਕੋਈ ਕੁਝ ਦਿਸ ਰਿਹਾ ਹੈ। ਚਾਰੇ ਖਾਣੀਆਂ ਦਿਸ ਰਹੀਆਂ ਹਨ, ਅੰਡਜ, ਜੇਰਜ, ਉਤਪੁਜ, ਸੇਤਜ, ਇਹ ਸਾਰਾ ਕੁਝ ਇਹਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਇਹ ਪਸਾਰਾ ਉਹਨਾਂ ਨੇ ਪਾਇਆ ਹੋਇਆ ਹੈ। ਤੇ ਉਦੋਂ ਜਦੋਂ ਸੁੰਨ ਸੀ, ਨਾ ਤਦ ਤੰਦ, ਹੁਣ ਦੁਨੀਆ ਧੰਦਿਆਂ ਵਿੱਚ ਲੱਗੀ ਹੋਈ ਹੈ, ਕਿਸੇ ਕੋਲ ਰੋਟੀ ਖਾਣ ਦਾ ਟਾਈਮ ਨਹੀਂ। ਪਸਾਰਾ ਹੈ, ਉਦੋਂ ਕੋਈ ਪਸਾਰਾ ਖਿਲਾਰਾ ਨਹੀਂ ਸੀ। ਸੁੰਨ ਹੀ ਸੁੰਨ ਸੀ। ਸੁੰਨ ਵਿੱਚ ਹੀ ਸਾਰੀ ਕੁਦਰਤ ਸੀ, ਤਾਕਤ ਸੀ, ਪਾਵਰ ਸੀ। ਸੁੰਨ ਵਿੱਚ ਹੀ ਤਾੜੀ ਲੱਗੀ ਹੋਈ ਸੀ ਅਕਾਲ ਪੁਰਖ ਵਾਹਿਗੁਰੂ ਜੀ ਦੀ। ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ ਹੈ, ਵਿਚਾਰਿਆ ਕਰੀਏ। ਪਵਿੱਤਰ ਪਾਵਨ ਗੁਰਬਾਣੀ ਨੂੰ ਹਰ ਕੋਈ ਆਪੋ ਆਪਣੇ ਧਰਮਾਂ ਦੇ ਵਿੱਚ ਦੱਸਦੇ ਹਨ। ਦੁਨੀਆ ਇੰਜ ਬਣੀ, ਰਾਤ ਇੰਜ ਬਣਿਆ, ਦਿਨ ਇੰਜ ਬਣਿਆ, ਧਰਤੀ ਇੰਜ ਬਣੀ, ਆਕਾਸ਼ ਇੰਜ ਬਣਿਆ। ਧੰਨ ਗੁਰੂ ਨਾਨਕ ਸਾਹਿਬ ਜੀ ਕੀ ਫਰਮਾਉਂਦੇ ਹਨ, ਉਹ ਸਰਵਣ ਕਰੋ। ਸੁਨ ਹੀ ਸੁਨ ਸੀ ਪਹਿਲੇ। ਆ ਜਿੰਨੀ ਵੀ ਕਲਾ ਵਰਤੀ ਹੈ, ਸੁਨ ਕਲਾ ਅਪਰੰਪਰ ਧਾਰੀ। ਅਪਰੰਪਰਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸਾਰੀ ਕਲਾ ਆਪ ਹੀ ਵਰਤਾਈ ਹੋਈ ਹੈ। ਤੇ ਗੁਰੂ ਨਾਨਕ ਸਾਹਿਬ ਜੀ ਵੀ ਉਸੇ ਕਲਾ ਨੂੰ ਲੈ ਕੇ ਆਏ ਹਨ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸੁਨ ਤੋਂ ਉਂਝ ਕਹਿ ਦੇਈਦਾ ਸੁਨ ਵਿੱਚ ਕੀ ਹੋਵੇਗਾ, ਪਰ ਜੇ ਗੁਰਬਾਣੀ ਦੀ ਖੋਜ ਕਰੋ, ਸੁਨ ਵਿੱਚ ਹੀ ਸਾਰਾ ਸੰਸਾਰ, ਚਾਰੇ ਖਾਣੀਆਂ, ਚਾਰੇ ਬਾਣੀਆਂ। ਸੁਨ ਤੋਂ ਹੀ, ਜ਼ੀਰੋ ਤੋਂ ਹੀ, ਸੁਨ ਤੋਂ ਹੀ ਜ਼ੀਰੋ ਤਾਂ ਕਿਹਾ ਗਿਆ ਹੈ ਤਾਂ ਕਿ ਸਮਝ ਲੱਗ ਜਾਵੇ। ਮਨ ਵਿੱਚ ਇਹ ਲੱਗਦਾ ਹੈ ਕਿ ਜਿੱਥੇ ਸੁਨ ਹੈ ਉੱਥੇ ਤੇ ਕੁਝ ਵੀ ਨਹੀਂ। ਸੁਨ ਵਿੱਚ ਹੀ ਤਾਂ ਮਾਲਕ ਸਨ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਉਹ ਖਾਲੀ ਕਿਵੇਂ ਹੋ ਸਕਦੀ ਹੈ। ਜੇ ਦੁਨੀਆ ਦੀ ਵੀ ਕੀ ਸੁਨ ਹੈ, ਜ਼ੀਰੋ ਹੈ, ਉਹਦੇ ਵਿੱਚ ਵੀ ਸਾਰਾ ਹਿਸਾਬ ਭਰਿਆ ਪਿਆ ਹੈ, ਲੇਖਾ ਭਰਿਆ ਪਿਆ ਹੈ। ਜਿੱਥੇ ਜਿੱਥੇ ਜ਼ੀਰੋ ਲੱਗਦੀ ਜਾਂਦੀ ਹੈ, ਪਤਾ ਨਹੀਂ ਕਿਤਨਾ ਕੁ ਆ ਮੈਥ ਜਿਹੜਾ ਹੈ, ਹਿਸਾਬ ਜਿਹੜਾ ਹੈ, ਅਣਗਿਣਤ ਹੋ ਜਾਂਦਾ ਹੈ। ਉਹ ਸੁਨ ਕਿਵੇਂ ਖਾਲੀ ਹੋ ਸਕਦੀ ਹੈ ਜਿੱਥੇ ਸਾਰੀ ਸ਼ਕਤੀ ਭਰੀ ਪਈ ਸੀ। ਕਿਉਂਕਿ ਸੁਨ ਤੋਂ ਹੀ ਪੌਣ ਪੈਦਾ ਹੋਈ ਹੈ, ਹਵਾ ਪੈਦਾ ਹੋਈ ਹੈ, ਮਾਲਿਕ ਨੇ ਕੀਤੀ ਹੈ, ਅਕਾਲ ਪੁਰਖ ਜੀ ਨੇ ਪੈਦਾ ਕੀਤੀ ਹੈ। ਤਾਈਓ ਤੇ ਸਾਨੂੰ ਸਾਹ ਆ ਰਹੇ ਹਨ, ਤਾਈਓ ਤੇ ਦਰਖਤਾਂ ਦੇ ਪੱਤਿਆਂ ਨੂੰ ਹਵਾ ਮਿਲ ਰਹੀ ਹੈ ਖਾਣ ਵਾਸਤੇ। ਵਰਣ ਦੇਵਤਾ ਵੀ ਪੈਦਾ ਕੀਤਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੇ। ਪਾਣੀ ਨੂੰ ਪੈਦਾ ਕੀਤਾ ਹੈ ਕਿਸ ਨੇ? ਅਕਾਲ ਪੁਰਖ ਜੀ ਨੇ। ਪੌਣ ਨੂੰ ਵੀ ਅਕਾਲ ਪੁਰਖ ਜੀ ਨੇ। ਆ ਜਿਹੜਾ ਅਗਨ ਦੇਵਤਾ ਹੈ, ਜਿਹੜਾ ਸਾਰੀ ਜ਼ਿੰਦਗੀ ਰਸੋਈ ਦੇ ਵਿੱਚ ਸਾਡੀ ਰਸਾਂ ਨੂੰ ਪੂਰਾ ਕਰਦਾ ਰਹਿੰਦਾ ਹੈ। ਸਬਜ਼ੀਆਂ, ਭਾਜੀਆਂ, ਪ੍ਰਸ਼ਾਦੇ ਪੱਕਦੇ ਰਹਿੰਦੇ ਹਨ। ਕਾਹਦੇ ਨਾਲ? ਅਗਨ ਦੇਵਤੇ ਨਾਲ। ਅੰਨ ਦੇਵਤਾ, ਇਹ ਸਾਰੇ ਦੇਵਤੇ ਹਨ। ਪਾਣੀ ਦੇਵਤਾ, ਬੈਸੰਤਰ ਦੇਵਤਾ, ਅੱਗ ਵੀ ਦੇਵਤਾ ਹੈ, ਪਾਣੀ ਵੀ ਦੇਵਤਾ ਹੈ। ਲੂਣ ਵੀ ਦੇਵਤਾ ਹੈ, ਪਾਣੀ ਤੋਂ ਹੈ। ਇਹ ਸਾਰਾ ਕੁਝ ਸੁੰਨ ਤੋਂ ਪ੍ਰਗਟ ਹੋਇਆ ਹੈ। ਪੌਣ, ਪਾਣੀ, ਅਗਨੀ, ਇਹ ਦੇਵਤੇ ਕਿੱਥੋਂ ਪ੍ਰਗਟ ਹੋਏ ਹਨ? ਇਹ ਸੁੰਨ ਤੋਂ ਪ੍ਰਗਟ ਕੀਤੇ ਹਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ।
ਜਦੋਂ ਸਾਰੀ ਦੁਨੀਆ ਦੀ ਰਚਨਾ ਕੀਤੀ ਹੈ, ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ ਪੜ੍ਹਿਆ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਿਆ ਕਰੋ। ਨਹੀਂ ਤਾਂ ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਨਾਮ ਵੱਲ ਜੁੜੇ ਨਹੀਂ, ਕਿਉਂਕਿ ਨਾਮ, ਸ਼ਬਦ, ਹੁਕਮ ਇਹ ਸਭ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਹਨ। ਹੁਕਮ ਵਿੱਚ, ਅਮਰ ਵਿੱਚ, ਸ਼ਬਦ ਵਿੱਚ, ਕਿਉਂਕਿ ਜਦੋਂ ਦੁਨੀਆ ਨਹੀਂ ਸੀ ਉਦੋਂ ਸ਼ਬਦ ਸੀ। ਸ਼ਬਦ ਨੂੰ ਹੀ ਹੁਕਮ ਫਰਮਾਇਆ ਹੈ। ਜਦੋਂ ਸੁਣ ਵਿੱਚ ਸਨ ਅਕਾਲ ਪੁਰਖ ਵਾਹਿਗੁਰੂ ਜੀ। ਗੁਰਬਾਣੀ ਅਨੁਸਾਰ ਸੁਨ ਕਲਾ ਅਪਰੰਪਰ ਧਾਰੀ, ਅਪਰੰਪਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਲਾ ਵਰਤਾਈ। ਆਕਾਸ਼ ਬਣਾਏ, ਪਤਾਲ ਬਣਾਏ। ਆਕਾਸ਼ਾਂ ਦੇ ਥੱਲੇ ਕੋਈ ਆਸਰਾ ਨਹੀਂ ਦਿੱਤਾ, ਨਿਰਲੰਭ ਹਨ। ਨਿਰਲੰਭ ਸ਼ਬਦ ਚੌਪਈ ਸਾਹਿਬ ਜੀ ਦੇ ਵਿੱਚ ਵੀ ਪੜ੍ਹਿਆ ਕਰੋ। ਨਿਰਲੰਭ ਦਾ ਮਤਲਬ ਭਾਵ ਹੈ ਕੋਈ ਆਸਰਾ ਨਹੀਂ। ਵਾਹਿਗੁਰੂ ਜੀ ਨੂੰ ਉਹ ਨਿਰਲੰਭ ਹਨ, ਕਿਸੇ ਆਸਰੇ ਦੀ ਲੋੜ ਨਹੀਂ, ਸਪੋਰਟ ਦੀ ਲੋੜ ਨਹੀਂ। ਆਪ ਨਿਰਾਲਮ ਅਪਰਿਆਪਾਰੀ, ਏਡੇ ਏਡੇ ਆਕਾਸ਼ ਤਾਣ ਕੇ, ਪਾਤਾਲਾਂ ਪਾਤਾਲ, ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ। ਸਾਰੀ ਦੁਨੀਆ ਥੱਕ ਗਈ ਭਾਲ 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 ਕੇ। ਇਹ ਕਿਵੇਂ ਬਣੇ ਹਨ? ਇਹ ਸ਼ਬਦ ਤੋਂ ਬਣੇ ਹਨ, ਹੁਕਮ ਤੋਂ ਬਣੇ ਹਨ। ਵਾਹਿਗੁਰੂ ਜੀ ਨੇ ਆਪ ਹੀ ਬਣਾਏ ਹਨ, ਸੁਣ ਤੋਂ ਬਣਾਏ ਹਨ। ਸੁਣ ਵਿੱਚ ਹੀ ਤਾਕਤਾਂ, ਸੁਣ ਵਿੱਚ ਹੀ ਸਾਰਾ ਸੰਸਾਰ ਦਾ ਅੰਡਜ ਜੇਰਜ ਉਤਪੁਜ ਸੇਤਜ ਸਭ ਤੇਰੇ ਕੀਤੇ ਜਨਤਾ, ਸਾਰੇ ਸੁਣ ਤੋਂ ਹੀ ਪੈਦਾ ਹੋਏ ਹਨ। ਆ ਜਿੰਨੀਆਂ ਵਨਸਪਤੀਆਂ, ਜਿੰਨੇ ਜੰਗਲ, ਜਿੰਨੇ ਜੀਵ ਜੰਤ ਹਨ, ਜੋ ਕੁਝ ਵੀ ਹੈ, ਇਹ ਸਭ ਸੁਣ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਇੱਛਾ ਪ੍ਰਗਟ ਹੋਈ, ਉਹਨਾਂ ਨੇ ਪ੍ਰਗਟ ਕੀਤਾ ਹੈ। ਸੁਣ ਕਲਾ, ਇਹ ਕਲਾ ਉਹਨਾਂ ਨੇ ਵਰਤਾਈ ਹੈ, ਤਾਂ ਦੁਨੀਆ ਬਣੀ ਹੈ। ਅਪਰੰਪਰ ਧਾਰੀ, ਅਪਰੰਪਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਕਲਾ ਧਾਰੀ ਹੈ। ਕਿਧਰੇ ਜਨਮ ਹੋ ਰਹੇ ਹਨ, ਕਿਧਰੇ ਮੋਰ ਹਨ, ਕਿਧਰੇ ਬਗੀਚੀਆਂ ਫੁੱਲਾਂ ਨਾਲ ਭਰੀਆਂ ਪਈਆਂ ਹਨ, ਕਿਧਰੇ ਮਿੱਠੇ ਮਿੱਠੇ ਫਰੂਟ ਲੱਗੇ ਹੋਏ ਹਨ। ਪਤਾ ਨਹੀਂ ਕਿਤਨਾ ਕਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸੰਸਾਰ ਸੋਹਣਾ ਬਣਾਇਆ ਹੈ, ਦੱਸਿਆ ਨਹੀਂ ਜਾ ਸਕਦਾ। ਦਿਸ ਰਿਹਾ ਹੈ ਅੱਖਾਂ ਨਾਲ, ਪਰ ਆਪ ਨਿਰਾਲਮ ਹਨ, ਆਪ ਵੱਖਰੇ ਹਨ। ਆਪਣੀ ਕੁਦਰਤ ਨੂੰ, ਤਾਕਤ ਨੂੰ, ਪਾਵਰ ਨੂੰ ਭੇਜ ਭੇਜ ਕੇ ਤੱਕ ਰਹੇ ਹਨ। ਆਪ ਨਿਰਾਲਮ ਅਪਰਿਆਪਾਰੀ, ਆਪੇ ਕੁਦਰਤ ਕਰ ਕਰ ਦੇਖੈ, ਦੇਖੈ ਕੀਤਾ ਆਪਣਾ ਪੜਦਿਆਂ ਰੋਜ਼। ਆਪੇ ਕੁਦਰਤ ਕਰ ਕਰ ਦੇਖੈ, ਆਪਣੀ ਕੁਦਰਤ, ਆਪਣੀ ਤਾਕਤ, ਆਪਣਾ ਵਰਤਾਰਾ ਵਰਤਾ ਵਰਤਾ ਕੇ, ਕਰ ਕਰਕੇ, ਬਣਾ ਬਣਾ ਕੇ ਦੁਨੀਆ ਦੀ ਚੀਜ਼ਾਂ ਦੇਖ ਰਹੇ ਹਨ। ਸੁਨੋ ਸੁਨੋ ਪਾਏਂਦਾ, ਸੁਣ ਤੋਂ ਹੀ ਇਹ ਸਾਰਾ ਕੁਝ ਪੈਦਾ ਹੋ ਰਿਹਾ ਹੈ। ਅੰਤ ਕੋਈ ਨਹੀਂ, ਬਿਆਨ ਨਹੀਂ ਕੀਤਾ ਜਾ ਸਕਦਾ। ਫਿਰ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਰਾ ਕੁਝ ਦੱਸ ਦਿੱਤਾ ਹੈ ਗੁਰਬਾਣੀ ਦੇ ਵਿੱਚ।
ਹੁਕਮ ਕਰਦੇ ਹਨ ਪੌਣ ਪਾਣੀ ਸੁਣਨੇ ਤੇ ਸਾਜੇ। ਇਹ ਸਾਰੇ ਸੁਣ ਤੋਂ ਸਾਜੇ ਹਨ ਮਾਲਿਕ ਨੇ। ਸੁਣ ਕੋਈ ਛੋਟੀ ਚੀਜ਼ ਨਹੀਂ, ਸੁਣ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਡੇਰਾ ਲਾਇਆ ਹੋਇਆ। ਉੱਥੋਂ ਹੀ ਸਾਰੀਆਂ ਸ਼ਕਤੀਆਂ ਆ ਰਹੀਆਂ ਹਨ, ਉੱਥੋਂ ਹੀ ਸਾਰੀ ਕਲਾ ਵਰਤ ਰਹੀ ਹੈ। ਸੁਣ ਕਲਾ ਅਪਰੰਪਰ ਧਾਰੀ। ਪੌਣ ਪਾਣੀ ਸੁਣਨੇ ਤੇ ਸਾਜੇ, ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ। ਆ ਜਿਹੜੀਆਂ ਬੋਡੀਆਂ ਹਨ, ਕਾਇਆ ਹਨ, ਹਿਊਮਨ ਬੋਡੀ ਤਥਾ ਹੋਰ ਜਿੰਨੀਆਂ ਵੀ ਬੋਡੀਆਂ ਹਨ, ਦਰਖਤ ਹਨ, ਪੱਤੇ ਹਨ, ਪਸੀਨੇ ਵਿੱਚ ਹਨ, ਮੈਲ ਵਿੱਚ ਹਨ, ਜਿੰਨੀ ਵਣਾਸਪਤੀ ਹੈ, ਫਸਲਾਂ ਹਨ, ਫਲ ਬੂਟੇ ਹਨ, ਪਤਾ ਨਹੀਂ, ਅੰਤ ਨਹੀਂ ਪਾਇਆ ਜਾ ਸਕਦਾ। ਇਹਨਾਂ ਕਾਇਆਂ ਦੇ ਗੜ ਬਣਾ ਦਿੱਤੇ, ਕਿਲੇ ਬਣਾ ਦਿੱਤੇ, ਕੋਟ ਬਣਾ ਦਿੱਤੇ, ਰਾਜੇ ਬਣਾ ਦਿੱਤੇ। ਪੌਣ ਪਾਣੀ ਸੁਣਨੇ ਤੇ ਸਾਜੇ, ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ। ਆ ਬਾਡੀ ਵੀ ਗੜ ਹੈ, ਕਾਇਆ ਹੈ, ਕਿਲਾ ਹੈ, ਕਿਉਂਕਿ ਇਹਦੇ ਚ ਅੰਦਰਾਂ ਵਸਦੀਆਂ ਨੇ ਗਿੱਟੇ ਗੋਡੇ ਜੋੜ ਪਤਾ ਨਹੀਂ ਕਿਤਨੇ ਕਿਨੇ 72 ਘਰ ਇੱਕ ਪੁਰਖ ਉਪਾਇਆ। ਬੜਾ ਕੁਝ ਵਸਦਾ ਹੈ ਇਸ ਕੋਟ ਵਿੱਚ, ਕਿਲੇ ਵਿੱਚ। ਚੰਗਾ ਮਾੜਾ ਬੁਰਾ ਭਲਾ ਸਭ ਕੁਝ ਇਹਦੇ ਵਿੱਚ ਹੀ ਹੈ। ਅਗਨ ਪਾਣੀ ਜੀਓ ਜੋਤ ਤੁਮਾਰੀ। ਹਵਾ ਅਗਨ ਸਰੀਰ ਨੂੰ ਹੱਥ ਲਾਓ ਤੇ ਨਿੱਘਾ ਹੁੰਦਾ। ਜਦੋਂ ਚਲਾ ਜਾਵੇ ਤੇ ਵੈਦ ਵੀ ਕਹਿ ਦਿੰਦੇ ਨੇ, ਡਾਕਟਰ ਵੀ ਕਹਿ ਦਿੰਦੇ ਨੇ, ਇਹ ਠੰਡਾ ਹੋ ਗਿਆ। ਇਹ ਤੱਤ ਜਿਹੜੇ ਨੇ ਹਵਾ ਮਿੱਟੀ ਪਾਣੀ ਅਗਨੀ ਆਕਾਸ਼, ਇਹਦੇ ਵਿੱਚ ਫਿਰ ਜੋਤ ਪਾ ਦਿੱਤੀ ਹੈ ਮਾਲਿਕ ਨੇ, ਅਕਾਲ ਪੁਰਖ ਜੀ ਨੇ। ਅਗਨ ਪਾਣੀ ਜੀਓ ਪਾ ਦਿੱਤਾ ਹੈ। ਜੀਓ ਪਾਏ ਤਨ ਸਾਜਿਆ, ਵਿੱਚ ਜੀ ਪਾਇਆ ਹੈ ਤਾਂ ਇਸ ਤਨ ਦਾ ਹਿਲਣਾ ਜੁਲਣਾ ਆ ਭਜਣਾ ਨੱਸਣਾ ਹੋਇਆ ਹੈ ਦੁਨੀਆ ਵਿੱਚ। ਜਦੋਂ ਜੀ ਚਲਾ ਜਾਂਦਾ ਹੈ ਉਦੋਂ ਇਹਨੂੰ ਕੋਈ ਨਹੀਂ ਪੁੱਛਦਾ, ਚੁੱਕ ਕੇ ਸੁੱਟ ਆਉਂਦੇ ਨੇ। ਅਗਨੀ ਪਾਈ ਹੈ, ਪਾਣੀ ਪਾਇਆ ਹੈ, ਜੀਭ ਗਿੱਲੀ ਰਹਿੰਦੀ ਹੈ। ਅਗਨ ਪਾਣੀ ਜੀਓ ਜੋਤ ਤੁਮਾਰੀ। ਵਾਹਿਗੁਰੂ ਜੀ, ਇਹਦੇ ਵਿੱਚ ਜਿਹੜੀ ਜੋਤ ਜਗ ਰਹੀ ਹੈ, ਸਰਬ ਜੋਤ ਤੇਰੀ ਪਸਰ ਰਹੀ, ਉਹ ਤੁਹਾਡੀ ਹੈ ਅਕਾਲ ਪੁਰਖ ਵਾਹਿਗੁਰੂ ਜੀ। ਤੁਸੀਂ ਧੰਨ ਹੋ। ਸੁਨ ਕਲਾ ਅਪਰੰਪਰ ਧਾਰੀ। ਸੁਣ ਤੋਂ ਹੀ ਤੁਸੀਂ ਸਾਰੀ ਕਲਾ ਜਿਹੜੀ ਹੈ, ਇਹ ਸਾਰੀਆਂ ਸ਼ਕਤੀਆਂ ਜੋ ਸੁਣ ਵਿੱਚ ਸਮੋਈਆਂ ਹੋਈਆਂ ਹਨ, ਉੱਥੋਂ ਹੀ ਸਾਰਾ ਰੂਪ ਰੇਖ ਰੰਗ ਆਕਾਰ ਸ਼ਕਲਾਂ ਮੂਰਤਾਂ ਸੂਰਤਾਂ ਰੂਪ ਰੰਗ ਜੋ ਕੁਝ ਵੀ ਨਜ਼ਰ ਆ ਰਿਹਾ ਹੈ, ਅੰਡਜ ਜੇਰਜ ਸੇਤਜ ਉਤਪੁਜ, ਇਹ ਸਾਰਾ ਸੁਣ ਤੋਂ ਹੀ ਤੁਸਾਂ ਪ੍ਰਗਟ ਕੀਤਾ ਹੈ। ਆਪ ਫਿਰ ਨਿਰਾਲਮ ਹੋ, ਆਪ ਫਿਰ ਸੁਣ ਵਿੱਚ ਸਮਾਧੀ ਤਾੜੀ ਲਾ ਕੇ ਬੈਠੇ ਹੋ। ਅੱਜ ਦੀ ਕਥਾ ਇੱਥੋਂ ਤੱਕ। ਅੱਗੋਂ ਜੇ ਜ਼ਿੰਦਗੀ ਰਹੀ ਤਾਂ ਜਿਵੇਂ ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਵਿੱਚ ਲਿਖ ਦਿੱਤੇ ਹਨ, ਉਹ ਆਪ ਜੀ ਸਰਵਣ ਕਰੋਗੇ। ਜਿਨ੍ਹਾਂ ਨੂੰ ਪਿਆਰ ਹੈ ਕਮੈਂਟਸ ਕਰ ਦਿਆ ਕਰੋ, ਹੌਸਲਾ ਹੋ ਜਾਂਦਾ ਹੈ ਕਿ ਵਾਕਿਆ ਹੀ ਸਾਧ ਸੰਗਤ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਨਾਲ ਪਿਆਰ ਪਈ ਕਰਦੀ ਹੈ। ਮੇਰਾ ਵੀ ਹੌਸਲਾ ਵੱਧ ਜਾਂਦਾ ਹੈ, ਮੇਰਾ ਵੀ ਦਿਲ ਕਰਦਾ ਹੈ ਜਿੰਨਾ ਚਿਰ 4 ਦਿਨ ਜ਼ਿੰਦਗੀ ਹੈ, ਸਾਧ ਸੰਗਤ ਨੂੰ ਲੱਭ ਕੇ ਸੁਣਾਵਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਵੇਂ ਦੁਨੀਆ ਬਣਾਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨ। ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨਿਚਰਵਾਰ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ। ਦਿਨ ਕਿਵੇਂ ਬਣੇ, ਰਾਤਾਂ ਕਿਵੇਂ ਬਣੀਆਂ, ਆਕਾਸ਼ ਕਿਵੇਂ ਬਣੇ, ਪਾਤਾਲ ਕਿਵੇਂ ਬਣੇ, ਬੜਾ ਕੁਝ ਆ ਜਾਂਦਾ ਹੈ। ਲੇਕਿਨ ਅਸੀਂ ਪੜ੍ਹਦੇ ਰਹਿੰਦੇ ਹਾਂ, ਪੜ੍ਹਨਾ ਹੀ ਸਭ ਕੁਝ ਸਮਝਿਆ ਹੋਇਆ ਹੈ। ਪਿਆਰਿਓ ਗੁਰਬਾਣੀ ਗੁਰੂ ਹੈ।
ਤੇ ਗੁਰੂਆਂ ਕੋਲੋਂ ਕੁਝ ਸਿੱਖੀਦਾ ਹੈ, ਉਹਨੂੰ ਸਿੱਖੀ ਕਹਿੰਦੇ ਨੇ। ਤੇ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਵੇਲੇ, ਜਿਨ੍ਹਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ, ਕਲਗੀਆਂ ਵਾਲੇ ਸਾਹਿਬ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਇੱਕ ਇੱਕ ਗੁਰਬਾਣੀ ਦਾ ਅੱਖਰ ਆਪਣੀ ਰਸਨਾ ਤੋਂ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਉਚਾਰਨ ਕੀਤਾ ਹੈ। ਅੱਜ ਅਸੀਂ ਉਸ ਗੁਰਬਾਣੀ ਨੂੰ ਪੜ੍ਹ ਰਹੇ ਹਾਂ। ਭੁੱਲਾਂ ਖਿਮਾ ਕਰ ਦੇਣੀਆਂ। ਦਾਸ ਦਿਲਬਾਗ ਸਿੰਘ, ਗੁਰਬਾਣੀ ਵਿਚਾਰ, ਲੀਡਸ, ਯੂਕੇ ਤੋਂ ਕੁਝ ਦਿਨਾਂ ਵਾਸਤੇ ਇਹ ਕਥਾ ਸ਼ੁਰੂ ਕੀਤੀ ਹੋਈ ਹੈ। ਗੁਰਬਾਣੀ ਅਨੁਸਾਰ ਦੁਨੀਆ ਕਿਵੇਂ ਬਣੀ, ਢੂੰਡ ਢੂੰਡ ਕੇ ਲੱਭ ਲੱਭ ਕੇ ਸ਼ਬਦ ਦਾਸਰਾ ਆਪ ਸੰਗਤਾਂ ਨੂੰ ਸੁਣਾ ਰਿਹਾ ਹੈ। ਆਪ ਵੀ ਪੜ੍ਹਿਆ ਕਰੋ। ਦਾਸਰਾ ਅੰਗ ਵੀ ਨਾਲ ਦੱਸ ਦਿੰਦਾ ਹੈ, ਕਿਉਂਕਿ ਬਿਨਾਂ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਉਹ ਜੋ ਸੁੰਨ ਵਿੱਚ ਬੈਠੇ ਹਨ, ਸੁੰਨ ਕਲਾ ਅਪਰੰਪਰ ਧਾਰੀ, ਸੁੰਨੇ ਕਲਾ ਰਹਾਇੰਦਾ, ਅਗਨੀ, ਪਾਣੀ, ਪੰਜ ਤੱਤ, ਇਹਨਾਂ ਸਾਰਿਆਂ ਵਿੱਚ ਜਿਹੜੀ ਜੋਤ ਹੈ ਜਗਾ ਕੇ ਆਪ ਫਿਰ ਸੁੰਨੇ ਕਲਾ ਰਹਾਇੰਦਾ, ਆਪ ਫਿਰ ਵਿੱਚ ਸੁੰਨ ਵਿੱਚ ਹਨ, ਜਿਹਨੂੰ ਨਿਰਗੁਣ ਆਖੀਦਾ ਹੈ। ਨਿਰਗੁਣ ਤੋਂ ਹੀ ਉਹਨਾਂ ਨੇ ਸੁੰਨ ਵਿੱਚੋਂ ਹੀ ਸਾਰਾ ਕੁਝ ਪੈਦਾ ਕਰਕੇ ਆ ਸਰਗੁਣ ਸੰਸਾਰ ਬਣਾ ਦਿੱਤਾ ਹੈ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਪਿਆਰਿਓ, ਪੜ੍ਹਿਆ ਕਰੋ, ਸੁਣਿਆ ਕਰੋ, ਜਿੰਨਾ ਮਰਜ਼ੀ ਪੜ੍ਹੋ, ਪਰ ਵਿਚਾਰਿਆ ਜ਼ਰੂਰ ਕਰੋ। ਸਿੱਖੀ, ਸਿੱਖਿਆ, ਗੁਰ ਵਿਚਾਰ, ਤਾਂ ਜਾ ਕੇ ਮਨ ਜੁੜੇਗਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਹੁਕਮ ਤਾਂ ਮਨ ਮੰਨੇਗਾ ਜਪ, ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਵੀ ਸੱਚ। ਭੁੱਲਾਂ ਖਿਮਾ ਕਰ ਦੇਣੀਆਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਦਸ਼ਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਤੇ ਗੁਰੂ ਦਾ ਰੂਪ ਹੈ ਸਾਧ ਸੰਗਤ, ਗੁਰੂ ਰੂਪ ਸਾਧ ਸੰਗਤ ਜੀ। ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਆਪਣੇ ਮਨ ਨੂੰ ਆਖਿਆ ਕਰੋ, ਜਪ ਮਨ ਸਤਨਾਮ ਸਦਾ ਸਤਨਾਮ। ਇਹ 8ਵਾਂ ਹਿੱਸਾ ਹੈ। ਅੱਗੋਂ ਜੇ ਸਤਿਗੁਰੂ ਕਿਰਪਾ ਕਰਨਗੇ ਤਾਂ 9ਵੇਂ ਹਿੱਸੇ ਵਿੱਚ ਜਿਵੇਂ ਜਿਵੇਂ ਗੁਰਬਾਣੀ ਦੇ ਵਿੱਚ ਹੁਕਮ ਹਨ ਦੁਨੀਆ ਬਣਨ ਦੇ, ਦੁਨੀਆ ਦਾ ਪਸਾਰਾ ਕਿਵੇਂ ਕਿਵੇਂ ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਢੂੰਡ ਢੂੰਡ ਕੇ ਦਾਸਰਾ ਸਾਧ ਸੰਗਤ ਨੂੰ ਸੁਣਾਉਣ ਦੀ ਕੋਸ਼ਿਸ਼ ਕਰੇਗਾ। ਫਤਿਹ ਬੁਲਾਓ, ਜਿੱਥੇ ਵੀ ਹੈਗੇ ਹੋ ਬੁਲਾ ਦਿਓ। ਤੁਹਾਡੇ ਮੂੰਹੋਂ ਵੀ ਵਾਹਿਗੁਰੂ ਦਾ ਨਾਮ ਨਿਕਲ ਜਾਵੇਗਾ, ਦਾਸਰੇ ਦੇ ਮੂੰਹ ਤੋਂ ਵੀ ਵਾਹਿਗੁਰੂ ਦਾ ਨਾਮ ਨਿਕਲ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।